देश दुनिया की हर वड्डी खबर ਦੇ ਲਈ ਹੁਣੇ डाउनलोड करो नंबर 1 न्यूज़ ऐप दैनिक सवेरा टाइम्स। ਅੱਜ ਸੁਪਰੀਮ ਕੋਰਟ ਵੱਲੋਂ ਆਰਡਰ ਕੀਤੇ ਗਏ ਸਨ ਕਿ ਜਿਹੜੇ ਕਿਸਾਨੀ ਜਥੇਬੰਦੀਆਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਅੱਜ ਸੁਪਰੀਮ ਕੋਰਟ ਦੇ ਵਿੱਚ ਬੁਲਾਇਆ ਗਿਆ ਸੀ, ਜਿਨ੍ਹਾਂ ਵਿੱਚ 8 ਨੁਮਾਇੰਦੇ ਸ਼ਾਮਿਲ ਸਨ, ਜਿਨ੍ਹਾਂ ਦੇ ਵਿੱਚ 2 ਨਾਮ ਅਜਿਹੇ ਸਨ ਜੋ ਕਿ ਅੱਜ ਸਾਡੇ ਨਾਲ ਮੌਜੂਦ ਨੇ। ਸਾਡੇ ਨਾਲ ਮੌਜੂਦ ਨੇ ਕੁਲਵੰਤ ਸਿੰਘ ਸੰਧੂ ਅਤੇ ਮਨਜੀਤ ਰਾਏ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲੇ ਗੱਲਬਾਤ ਕਰਦੇ ਹਾਂ ਸੰਧੂ ਸਾਹਿਬ ਨਾਲ। ਸੰਧੂ ਸਾਹਿਬ, ਅੱਜ ਕੀ ਸੀਗਾ ਕਿ ਸੁਪਰੀਮ ਕੋਰਟ ਤੁਹਾਨੂੰ ਬੁਲਾਇਆ ਗਿਆ ਸੀਗਾ, ਕੇਸ ਦੀ ਸੁਣਵਾਈ ਸੀਗੀ, ਪਰ ਅੱਜ ਤੁਸੀਂ ਇੱਥੇ ਮੋਰਚੇ ਦੇ ਹੱਲੇ ਵੀ ਬੈਠੇ ਹੋਏ ਆ, ਸੁਪਰੀਮ ਕੋਰਟ ਨਹੀਂ ਗਏ? ਸੁਪਰੀਮ ਕੋਰਟ ਨੇ ਨਹੀਂ ਸਾਨੂੰ ਬੁਲਾਇਆ, ਸੁਪਰੀਮ ਕੋਰਟ ਨੇ ਸੈਂਟਰ ਸਰਕਾਰ ਨੂੰ ਝਾੜ ਪਾਈ ਆ। ਕਿਸੇ ਨੇ ਪੀਐਲ ਦਾਖਲ ਕੀਤੀ, ਉਹ ਸਰਕਾਰਾਂ ਹੀ ਕਰਾਉਂਦੀਆਂ ਹੁੰਦੀਆਂ। ਉਹਨਾਂ ਨੇ ਕਿਹਾ ਸੀ ਵੀ ਸੜਕਾਂ ਖਾਲੀ ਕਰਾਓ, ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਚੰਗਾ ਪੱਖ ਇਹ ਆ ਵੀ ਸੁਪਰੀਮ ਕੋਰਟ ਦੇ ਜੱਜਾਂ ਨੇ, ਜਿਹੜਾ ਉਹਨਾਂ ਦਾ ਵਕੀਲ ਸੀ ਉਹ ਤਾਮਿਲਨਾਡੂ ਦਾ ਸੀ, ਉਹਨੇ ਕਿਹਾ ਤਾਮਿਲਨਾਡੂ ਤੋਂ ਆ ਕੇ ਤੈਨੂੰ ਕੀ ਤਕਲੀਫ ਹੋਈ ਜਾਂਦੀ ਹੈ ਸੜਕਾਂ ਦੀ। ਪਹਿਲੀ ਗੱਲ ਤਾਂ ਇਹ ਕਮੈਂਟਰੀ ਸੀ ਉਹਦੀ। ਦੂਜਾ ਉਹਨਾਂ ਨੇ ਇਹ ਕਿਹਾ ਵੀ ਕਿਸਾਨ ਤਾਂ ਗਾਂਹ ਜਾਣਾ ਚਾਹੁੰਦੇ ਸੀ ਗਰਾਊਂਡ ਦੇ ਵਿੱਚ, ਸਰਕਾਰ ਨੇ ਰੋਕ ਕੇ ਬਿਠਾਏ ਆ, ਕਿਸਾਨਾਂ ਦਾ ਕੀ ਕਸੂਰ ਹੈ ਇਹਦੇ ਵਿੱਚ। ਤੀਜੀ ਗੱਲ ਉਹਨਾਂ ਨੇ ਕਹੀ ਆ ਵੀ ਸਰਕਾਰ ਜਿਹੜੀ ਆ ਕਿਸਾਨਾਂ ਨਾਲ ਗੱਲਬਾਤ ਦੇ ਵਿੱਚ ਕੋਈ ਮਸਲਾ ਹੱਲ ਨਹੀਂ ਕਰ ਸਕੀ, ਇਸ ਕਰਕੇ ਸਰਕਾਰ ਕਿਸਾਨਾਂ ਦੀਆਂ ਕਮੇਟੀ ਬਣਾਵੇ, ਸਰਕਾਰ ਆਪਣੇ ਨੁਮਾਇੰਦੇ ਦੇਵੇ। ਤਿੰਨਾਂ ਸਰਕਾਰਾਂ ਨੂੰ ਦਿੱਲੀ, ਪੰਜਾਬ ਤੇ ਹਰਿਆਣਾ ਨੋਟਿਸ ਕੱਢਿਆ, ਤੇ ਨਾਲ ਸਾਨੂੰ ਨਹੀਂ ਨੋਟਿਸ ਕੱਢਿਆ ਉਹਨਾਂ ਨੇ। ਸਾਨੂੰ ਸਰਕਾਰ ਪਾਰਟੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਸੀ। ਮੈਂ ਦੱਸਦਾ ਨਾ, ਉਹ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਪਾਰਟੀ ਬਣਾਓ, ਸਰਕਾਰ ਨੇ 8 ਜਥੇਬੰਦੀਆਂ ਨਾਂ ਦੇ ਦਿੱਤੇ, ਸਰਕਾਰ ਨੇ ਦਿੱਤੇ, ਕੋਰਟ ਨੇ ਦਿੱਤੇ। ਅਸੀਂ ਜਥੇਬੰਦੀਆਂ ਹੈਗੀਆਂ 500, ਚਲੋ 500 ਦੇ ਨੁਮਾਇੰਦੇ ਦਾ 40-42 ਬਣੇ ਆ। ਉਹ ਇਨ ਆਈਸੋਲੇਸ਼ਨ ਕੋਈ ਅਸੀਂ ਵਿਚਾਰਾਂਗੇ ਵੀ ਕੀ ਕਰਨਾ ਕੀ ਨਹੀਂ ਕਰਨਾ। ਅਸੀਂ ਮੰਗ ਕਰਾਂਗੇ ਸਾਰੀਆਂ ਜਥੇਬੰਦੀਆਂ ਨੂੰ ਇਹਦੀ ਪਾਰਟੀ ਬਣਾਇਆ ਜਾਵੇ ਤੇ ਸਰਕਾਰ ਇਹ ਅਪੀਲ ਕਰੇ, ਕਾਨੂੰਨ ਵਾਪਸ ਲਵੇ। ਕੋਰਟ ਦਾ ਇਹਦੇ ਵਿੱਚ ਬਹੁਤੀ ਇੰਟਰਫੇਅਰ ਨਹੀਂ ਬਣਦੀ। ਸਰਕਾਰ ਅਪੀਲ ਕਰਨ ਕੀ ਨੁਕਸਾਨ ਆ, ਕਿਉਂਕਿ ਜਦੋਂ ਕਾਨੂੰਨ ਹੀ ਗੈਰ ਵਿਧਾਨਕ ਆ, ਕਾਨੂੰਨ 254 ਧਾਰਾ ਮੁਤਾਬਕ, ਉਹ ਤੋਮਰ ਨੇ ਆਹ ਮੰਨ ਲਿਆ ਇਸ ਗੱਲ ਨੂੰ ਕਿ ਅਸੀਂ ਟ੍ਰੇਡ ਤੇ ਕਮਰਸ ਦੇ ਆਧਾਰ ਤੇ ਕਰ ਲਿਆ। ਟ੍ਰੇਡ ਐਂਡ ਕਮਰਸ ਹੈਗਾ ਕੰਕਰੈਂਟ ਲਿਸਟ ਵਿੱਚ, ਜਿਹੜਾ ਐਗਰੀਕਲਚਰ ਆ ਤੇ ਮਾਰਕੀਟਿੰਗ ਆ ਉਹ ਸਟੇਟ ਲਿਸਟ ਆ। ਇਹਨੀ ਸਟੇਟ ਲਿਸਟ ਵਾਲਾ ਉਹਦੇ ਵਿੱਚ ਇੱਕ 33 ਧਾਰਾ ਪਾ ਕੇ ਫੂਡ ਸਟੱਫ ਸ਼ਬਦ ਪਾਤਾ ਵੀ ਸਾਰੀ ਤਰ੍ਹਾਂ ਦਾ ਅਨਾਜ ਆ, ਉਹ ਟ੍ਰੇਡ ਐਂਡ ਕਮਰਸ ਵਿੱਚ ਆ ਗਿਆ। ਟ੍ਰੇਡ ਕਮਰਸ ਅਸੀਂ ਤਾਂ ਟ੍ਰੇਡ ਕਰਦੇ ਹੀ ਨਹੀਂ, ਕਿਸਾਨ ਟ੍ਰੇਡ ਕਿੱਥੇ ਕਰਦਾ ਨਾ। ਅਸੀਂ ਕਮਰਸ ਕਰਦੇ ਹਾਂ, ਅਸੀਂ ਪ੍ਰੋਡਿਊਸ ਕਰਦੇ ਹਾਂ, ਮਾਰਕੀਟਿੰਗ ਕਰਦੇ ਹਾਂ। ਉਹ ਕਿਸੇ ਤਰ੍ਹਾਂ ਵੀ ਉਹ ਮਤਲਬ ਵਿਧਾਨਕ ਨਹੀਂ ਹੈ। ਅਗਲੀ ਗੱਲ, APMC ਕਾਨੂੰਨ ਦੇ ਵਿੱਚ ਪਹਿਲਾਂ ਹੀ ਹੈਗੀ ਪ੍ਰਾਵਧਾਨ ਵੀ MSP ਤੋਂ ਉੱਪਰ ਕੋਈ ਵੀ ਪ੍ਰਾਈਵੇਟ ਪਲੇਅਰ ਖਰੀਦ ਸਕਦਾ, ਫਿਰ ਕਾਨੂੰਨ ਬਣਾਉਣ ਦੀ ਕੀ ਲੋੜ ਆ। ਤੀਜੀ ਗੱਲ, ਸਰਕਾਰ ਮੈਦਾਨ 'ਚੋਂ ਨਿਕਲਣਾ ਚਾਹੁੰਦੀ ਹੈ। ਸਾਨੂੰ ਜਿਹੜੀਆਂ ਪ੍ਰਪੋਜ਼ਲਾਂ ਲਿਆ ਰਹੇ ਆ ਵੀ ਪ੍ਰਾਈਵੇਟ ਪਲੇਅਰਾਂ ਨੂੰ ਅਸੀਂ ਬਾਉਂਡ ਕਰਦੇ ਹਾਂ, ਸਰਕਾਰ ਵਿੱਚੋਂ ਕਿਉਂ ਨਿਕਲਣਾ ਚਾਹੁੰਦੀ? ਜੇ ਸਰਕਾਰ ਵਿੱਚੋਂ ਨਿਕਲ ਗਈ, ਪ੍ਰਾਈਵੇਟ ਪਲੇਅਰਾਂ ਕੋਲ ਤਾਂ ਬੜੇ ਅਧਿਕਾਰ ਹੁੰਦੇ ਆ। ਅੱਜ ਕੱਲ੍ਹ ਦੀਆਂ ਕੰਪਨੀਆਂ, ਤੁਹਾਨੂੰ ਪਤਾ ਵੀ ਅਮਰੀਕਾ ਦੀਆਂ ਕੰਪਨੀਆਂ ਬੜੀਆਂ ਅਮੀਰ ਆ। ਅਮਰੀਕਾ ਦੀ ਸਰਕਾਰ ਆਪ ਕਰਜ਼ਾਈ ਆ, ਚੀਨ ਦੀ ਸਾਡੀ ਸਰਕਾਰ ਕਰਜ਼ਾਈ ਆ, ਕੰਪਨੀਆਂ ਕੋਲ ਪੈਸਾ ਬਹੁਤ ਆ। ਇਹ ਸਿਸਟਮ ਜਿਹੜਾ ਕਾਰਪੋਰੇਟ ਘਰਾਣਿਆਂ ਵਾਲਾ ਆ, ਅਸੀਂ ਉਹਨੂੰ ਕਿਸੇ ਹੱਦ ਵਿੱਚ ਸਹਿਣ ਨਹੀਂ ਕਰਾਂਗੇ। ਖੇਤੀਬਾੜੀ ਇੱਕ ਇਹੋ ਜਿਹਾ ਕਾਰੋਬਾਰ ਆ ਜਿਹੜਾ ਲੋਕ ਸੇਵਾ ਦਾ ਕਾਰੋਬਾਰ ਆ। ਇਹਨੇ ਪਿਛਲੇ ਸਮੇਂ 'ਚ ਕਰੋਨਾ ਦੇ ਦੌਰ ਦੇ ਵਿੱਚ ਇੰਡਸਟਰੀ ਤਬਾਹ ਹੋ ਗਈ, ਕਾਰੋਬਾਰ ਤਬਾਹ ਹੋ ਗਏ। ਇੱਕੋ ਇੱਕ ਖੇਤੀਬਾੜੀ ਆ ਜਿਹਨੇ ਪ੍ਰੋਫਿਟ ਸ਼ੋ ਕੀਤਾ। ਬਾਕੀ ਜਿੰਨੇ ਕਾਰੋਬਾਰ ਆ -24 GDP, ਇੰਨਾ ਕਦੇ ਨਹੀਂ ਹੋਇਆ ਆਜ਼ਾਦੀ ਤੋਂ ਬਾਅਦ ਅੱਜ ਤੱਕ। ਤੇ ਉਹ ਹੁਣ ਜਿਹੜੇ ਕਾਰਪੋਰੇਟ ਘਰਾਣੇ ਉਹ ਚਾਹੁੰਦੇ ਆ ਇੰਡਸਟਰੀ ਸਾਡੇ ਕੋਲ ਬਥੇਰੀ ਆ, ਤੇਲ ਸਾਡੇ ਕੋਲ ਆ, ਟੈਲੀਫੋਨ ਸਾਡੇ ਕੋਲ ਆ, ਹੁਣ ਖੇਤੀ ਤੇ ਵੀ ਉਹਨਾਂ ਦੀ ਗੈਰਜ ਨਿਗਾਹ ਆ, ਉਹ ਅਸੀਂ ਕਿਸੇ ਹਾਲਤ ਵਿੱਚ ਸਹਿਣ ਨਹੀਂ ਕਰਨਾਗੇ, ਬਿਲਕੁਲ ਨਹੀਂ ਮੰਨਾਂਗੇ। ਸੋ ਸਾਡੇ ਨਾਲ ਮਨਜੀਤ ਰਾਏ ਸਾਹਿਬ ਵੀ ਮੌਜੂਦ ਨੇ। ਇਹਨਾਂ ਨੂੰ ਵੀ ਅੱਜ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦਾ ਵੀ ਨਾਮ ਕਿਹਾ ਗਿਆ ਸੀ, ਇਹਨਾਂ ਦੇ ਵੀ ਬੁਲਾਇਆ ਗਿਆ ਸੀ ਉੱਥੇ। ਰਾਏ ਸਾਹਿਬ, ਪਹਿਲੀ ਗੱਲ ਤਾਂ ਇਹ ਆਉਂਦੀ ਹੈ ਕਿ ਸੁਣਨ 'ਚ ਇਹ ਵੀ ਆ ਰਿਹਾ ਜਿਹੜਾ ਨੋਟਿਸ ਸੁਪਰੀਮ ਕੋਰਟ ਵੱਲੋਂ ਦਿੱਤਾ ਜਾਣਾ ਸੀਗਾ ਉਹ ਕਾਫੀ ਲੇਟ ਜਿਹੜਾ ਹੈ ਸ਼ਾਮੀ ਮਿਲਿਆ ਤੁਹਾਨੂੰ। ਉਹ ਕਹਿੰਦੇ ਉਹ ਤਰੀਕਾ ਵੀ ਗਲਤ ਸੀ ਜਦੋਂ ਉਹ ਨੋਟਿਸ ਆਇਆ। ਨਹੀਂ, ਸਾਨੂੰ ਅਜੇ ਮਿਲਿਆ ਹੀ ਨਹੀਂ ਜੀ। ਉਹਨਾਂ ਨੇ ਇਹ ਪਤਾ ਲੱਗਿਆ ਵੀ WhatsApp ਰਾਹੀਂ ਭੇਜਣਾ ਸੀ, ਪਰ ਉਹ ਸਾਰੀਆਂ ਜਥੇਬੰਦੀਆਂ ਨਹੀਂ ਆਇਆ, ਮੇਰੀ ਜਥੇਬੰਦੀ ਨੂੰ ਹਾਲੇ ਤੱਕ ਨਹੀਂ ਆਇਆ। ਆਪਾਂ ਉਹਨੂੰ ਕਿਵੇਂ ਮੰਨ ਲਈਏ? ਇਸ ਕਰਕੇ ਅਸੀਂ ਤਾਂ ਜਿੰਨਾ ਚਿਰ ਉਹ ਰਿਟਨ ਦੇ ਵਿੱਚ ਨਹੀਂ ਕੋਈ ਨੋਟਿਸ ਆਉਣਾ, ਉਹਦੇ ਤੇ ਮੈਂ ਤਾਂ ਇਹ ਸਮਝਦਾ ਵੀ ਚਰਚਾ ਵੀ ਹਾਲੇ ਨਹੀਂ ਹੋ ਸਕਦੀ, ਕਿਉਂਕਿ ਜਦੋਂ ਨੋਟਿਸ ਆਏਗਾ ਸਾਰੀਆਂ ਜਥੇਬੰਦੀਆਂ ਬਹਿਣਗੀਆਂ, ਪੂਰੀਆਂ ਜਥੇਬੰਦੀਆਂ ਮਿਲ ਕੇ ਉੱਤੇ ਚਰਚਾ ਕਰਨਗੀਆਂ ਵੀ ਆਪਾਂ ਇਹਦੀ ਅਗਲੀ ਰਣਨੀਤੀ ਕਿਵੇਂ ਕੀ ਤੈਅ ਕਰਨੀ ਆ, ਫਿਰ ਕੋਈ ਗੱਲ ਹੋਏਗੀ। ਹਾਲੇ ਇਹਦੇ ਬਾਰੇ ਆਪਾਂ ਕੋਈ ਗੱਲ ਵੱਡੀ ਨਹੀਂ ਕਰ ਸਕਦੇ, ਕਿਉਂਕਿ ਸਾਡਾ ਇੱਕ ਡਿਸਿਪਲਿਨ ਹੈ ਕਿ ਪੂਰੀਆਂ ਜਥੇਬੰਦੀਆਂ ਬਹਿਣੀਆਂ ਨੇ,
ਉਹ 'ਚ ਬੈਠ ਕੇ ਆਪਾਂ ਇਕਜੁੱਟਤਾ ਨਾਲ ਕੋਈ ਫੈਸਲਾ ਲੈਂਦੇ ਆ, ਫਿਰ ਉਹਨੂੰ ਅਮਲ 'ਚ ਲਿਆਂਦਾ ਜਾਂਦਾ। ਸੋ ਇਸ ਕਰਕੇ ਹਜੇ ਤੱਕ ਨਾ ਕੋਈ ਰਿਟਰਨ 'ਚ ਸਾਨੂੰ ਨੋਟਿਸ ਆਇਆ ਤੇ ਨਾ ਅਸੀਂ ਉਹ ਨਾ ਕਹਿੰਦੇ ਹੁੰਦੇ ਵੀ ਬਿਨ ਬੁਲਾਏ ਬਰਾਤੀ ਬਣ ਜਾਣ ਵਾਲੀ ਗੱਲ ਆਪਾਂ ਉਹ ਨਾ ਕਰੀਏ ਤਾਂ ਚੰਗੀ ਗੱਲ ਵਾ, ਤੇ ਹਜੇ ਕੋਈ ਸਾਨੂੰ ਨੋਟਿਸ ਨਹੀਂ ਹੈ। ਤੇ ਜਿੱਦਾਂ ਹੁਣ ਸੰਧੂ ਸਾਹਿਬ ਨਾਲ ਵੀ ਆਪਾਂ ਗੱਲ ਕੀਤੀ ਹੈ, ਸੰਧੂ ਸਾਹਿਬ ਨੇ ਵੀ ਗੱਲ ਦੱਸੀ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਪ੍ਰਾਈਵੇਟ ਬੰਦਾ ਜਾ ਕੇ PIL ਫਾਈਲ ਕਰਦਾ ਆ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ 'ਚ ਕੀ ਗੱਲਾਂ ਹੁੰਦੀਆਂ ਨੇ। ਲਗਾਤਾਰ ਉਹਨਾਂ ਨੇ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਵਕੀਲ ਉਹ ਵੀ ਤਮਿਲਨਾਡੂ ਦਾ ਸੀਗਾ। ਦੇਖੋ ਸਰਕਾਰ ਇਦਾਂ ਦੀਆਂ ਹਰਕਤਾਂ ਕਰਦੀ ਹੁੰਦੀ ਹੈ ਵੀ ਜਦੋਂ ਅੰਦੋਲਨ ਕੋਈ ਦੇਖਿਆ ਵੀ ਸਾਡੇ ਵੱਸ ਤੋਂ ਬਾਹਰ ਹੋ ਰਿਹਾ ਕੰਮ, ਉਸ ਅੰਦੋਲਨ ਨੂੰ ਖਰਾਬ ਕਰਨ ਵਾਸਤੇ ਸਰਕਾਰ ਇਦਾਂ ਦੀਆਂ ਚਾਲਾਂ ਚੱਲੇਗੀ। ਪਰ ਅਸੀਂ ਇਸ ਗੱਲ ਦੇ ਵਿੱਚ ਬਿਲਕੁਲ ਸਾਰੇ ਜਿੰਨੇ ਆਗੂ ਨੇ ਬੜੇ ਸਿਆਣੇ ਨੇ ਸਾਰੇ, ਔਰ ਵਿਚਾਰਦੇ ਨੇ, ਪਹਿਲਾਂ ਇਕੱਠੇ ਹੋ ਕੇ ਉੱਤੇ ਗੋਸ਼ਟੀ ਕੀਤੀ ਜਾਂਦੀ ਹੈ ਪੂਰੀ, ਉਹ ਵਿਚਾਰ ਚਰਚਾ ਤੋਂ ਬਾਅਦ ਉਹਨੂੰ ਅਮਲ 'ਚ ਲਿਆਂਦਾ ਜਾਂਦਾ। ਇਸ ਕਰਕੇ ਕੋਈ ਗੱਲ ਨਹੀਂ, ਸਰਕਾਰ ਜੇ ਕੋਈ ਇਦਾਂ ਦੀਆਂ ਨੀਤੀਆਂ ਘੜਦੀ ਆ, ਉਹ ਤਾਂ ਕਈ ਕੁਝ ਕਰ ਚੁੱਕੇ ਨੇ ਸ਼ੁਰੂ ਤੋਂ ਪਹਿਲਾਂ। ਇਹ ਬਰਗਲਾਏ ਹੋਏ ਨੇ, ਕਿਸਾਨਾਂ ਨੂੰ ਪਤਾ ਕੁਝ ਨਹੀਂ, ਭੜਕਾਏ ਹੋਏ ਨੇ, ਫਿਰ ਇੱਥੇ ਆ ਗਏ ਤਾਂ ਫਿਰ ਇਹ ਖਾਲਿਸਤਾਨੀ ਨੇ, ਇਹ ਮਾਓਵਾਦੀ ਨੇ, ਨਕਸਲਵਾਦੀ ਨੇ। ਇਹ ਸਰਕਾਰ ਦੀਆਂ ਜਿਹੜੀਆਂ ਇਦਾਂ ਦੀਆਂ ਚਾਲਾਂ ਹੈਗੀਆਂ, ਉਹ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਚਾਲਾਂ ਚੱਲਣੋਂ ਹਟੋ ਤੇ ਇਹਨਾਂ ਕਾਨੂੰਨਾਂ ਨੂੰ ਵਾਪਸ ਲਓ ਤਾਂ ਕਿ ਸੁੱਖ ਸ਼ਾਂਤੀ ਨਾਲ ਆਪਣੇ ਘਰਾਂ 'ਚ ਜਾਣ ਸਾਰੇ। ਤੇ ਲਗਾਤਾਰ ਕੱਲ ਵੀ ਇੱਕ ਜਿਹੜੀ ਗੱਲ ਸਾਹਮਣੇ ਆਈ, ਜਿਹੜਾ 3500 ਕਰੋੜ ਦੀ ਸਬਸਿਡੀ ਦੀ ਗੱਲ ਕੀਤੀ, ਕੱਲ ਇਸ ਬਾਰੇ ਆਪਾਂ ਕੁਲਵੰਤ ਸੰਧੂ ਸਾਹਿਬ ਨਾਲ ਵੀ ਗੱਲ ਕੀਤੀ ਸੀਗੀ, ਇਹਨਾਂ ਨਾਲ ਵੀ ਗੱਲ ਹੋਈ ਸੀ ਤੇ 3500 ਕਰੋੜ ਦੀ ਸਬਸਿਡੀ ਦੀ ਵੀ ਗੱਲ ਕੀਤੀ। ਉਹ ਕਹਿੰਦੇ ਕਿ ਉਹ ਵੀ ਇੱਕ ਹਿਸਾਬ ਦਾ ਇੱਕ ਕਹਿ ਲਓ ਕਿ ਧੋਖਾ ਹੈ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਕਿਸਾਨ ਨੂੰ। ਦੇਖੋ ਸਰਕਾਰਾਂ ਕਰਦੀਆਂ ਹੇਰਾ ਫੇਰੀਆ, ਤੁਸੀਂ ਇੱਕ ਬੜਾ ਹੁਣ ਚਰਚਾ 'ਚ ਕਰਦੇ ਆ। ਮੈਂ ਪਰਸੋਂ ਡਿਬੇਟ 'ਚ ਵੀ ਉੱਥੇ ਬੈਠੇ ਬੰਦੇ ਬੋਲ ਰਹੇ ਸੀ, ਕੁਝ ਉਹਨਾਂ ਦੇ ਆਗੂ ਜਿਹੜੇ BJP ਦੇ, ਵੀ ਅਸੀਂ 2-2 ਹਜ਼ਾਰ ਰੁਪਈਆ ਮਹੀਨਾ ਜੀ ਇਹਨਾਂ ਦੇ ਖਾਤਿਆਂ 'ਚ ਪਾਤਾ। ਮੈਂ ਤੁਹਾਨੂੰ ਹਜ਼ਾਰਾਂ ਹੀ ਖਾਤੇ ਦਿਖਾ ਦਿਆਂਗਾ ਜਿਨ੍ਹਾਂ 'ਚ ਆਏ ਨਹੀਂ ਪੈਸੇ। ਇਹ ਸਰਕਾਰ ਦੀ ਪਾਲਿਸੀ ਹੁੰਦੀ, ਲੋਕਾਂ ਨੂੰ ਐਵੇਂ ਹੀ ਗੁੰਮਰਾਹ ਕਰਨਾ, ਕੁਝ ਖਾਤਿਆਂ 'ਚ ਪਾਤੇ, ਕੁਝ ਰਹਿ ਗਏ ਤੇ ਚਰਚਾ ਦਾ ਵਿਸ਼ਾ ਹੋ ਗਿਆ ਜੀ ਭਾਈ ਸਾਰੇ ਕਿਸਾਨਾਂ ਨੂੰ ਦੇ ਦਿੱਤਾ। ਇਹ ਸਰਕਾਰਾਂ ਕਰਦੀਆਂ ਇਦਾਂ ਹੇਰਾ ਫੇਰੀ 420 ਉਹਨੂੰ ਪੰਜਾਬੀ 'ਚ ਕਹਿ ਦਈਏ ਭਈ ਇਹ ਲੋਕਾਂ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਦਾਂ ਦੇ ਕੋਈ ਨਾ ਕੋਈ ਏਜੰਡੇ ਲੈ ਆਉਂਦੇ ਨੇ। ਅਸੀਂ ਤਾਂ ਜੀ ਬੜਾ ਭਲਾ ਕਰਤਾ। ਹੁਣ ਆਮ ਲੋਕਾਂ ਦੇ ਮਨ 'ਚ ਇਹ ਰਹਿ ਬਣ ਜਾਂਦੀ, ਜਿਹੜੇ ਨੌਨ ਐਗਰੀਕਲਚਰ ਲੋਕ ਨੇ, ਖੇਤੀ ਤੋਂ ਰਹਿਤ ਨੇ, ਉਹਨਾਂ ਨੂੰ ਲੱਗਦਾ ਕਿਸਾਨਾਂ ਨੂੰ ਤਾਂ ਸਹੂਲਤ ਬੜੀ ਦਿੱਤੀ ਜਾ ਰਹੀ ਆ, ਕਿਸਾਨਾਂ ਨੂੰ ਤਾਂ ਦੇ ਦਿੱਤਾ ਜਿਨ੍ਹਾਂ ਨੇ 2-2 ਹਜ਼ਾਰ ਮਹੀਨੇ ਦਾ ਕਿਸਾਨਾਂ ਨੂੰ ਸਬਸਿਡੀ ਦੇ ਦਿੱਤੀ, ਇਹ ਕਰਤਾ ਉਹ ਕਰਤਾ, ਜਦ ਕਿ ਕਿਸਾਨ ਦੀ ਲੁੱਟ ਹੁੰਦੀ ਹੈ ਇਸ ਨਾਂ ਤੇ, ਬਿਲਕੁਲ ਉਹਨੂੰ ਲੁੱਟਿਆ ਜਾਂਦਾ। ਅਸੀਂ ਸਿਰਫ ਸਾਡੀ ਮੰਗ ਇਹ ਆ ਵੀ ਸਾਨੂੰ ਕੋਈ ਸਬਸਿਡੀ ਬੇਸ਼ੱਕ ਨਾ ਦਿਓ, ਪਰ ਪਹਿਲਾਂ ਸਵਾਮੀਨਾਥਨ ਦਾ ਜਿਹੜਾ ਸਾਡਾ ਫਾਰਮੂਲਾ ਸੀ +2 +50% ਦਾ, ਉਹ ਲਾਗੂ ਕਰਕੇ ਸਾਡੀ ਫਸਲ ਦਾ ਪੂਰਾ ਭਾਅ ਮਿਲੇ ਸਾਨੂੰ। ਵੇਖੋ ਜਿਹੜੀ ਕਣਕ ਅੱਜ ਸਾਡੀ ਜਿਹੜੀ ਆ ਉਹ 1925 ਰੁਪਏ ਆ ਰੇਟ MSP ਦੇ, ਜਦੋਂ ਉਹਦਾ ਰੇਟ ਹੀ ਸਾਡਾ 42-4300 ਰੁਪਇਆ ਹੋਏਗਾ ਤੇ ਸਾਨੂੰ ਕਿਹਦੀ ਸਬਸਿਡੀ ਦੀ ਲੋੜ ਹੈ? ਜਦੋਂ ਸਾਡੇ ਝੋਨੇ ਦਾ ਰੇਟ ਹੀ 4000 ਹੋਏਗਾ, ਸਾਨੂੰ ਕਿਹੜੀ ਸਬਸਿਡੀ ਦੀ ਲੋੜ ਹੈ? ਇਸ ਤਰੀਕੇ ਨਾਲ ਸਾਡੇ ਗੰਨੇ ਦਾ ਰੇਟ ਹੈ, ਜਦੋਂ ਉਹਦਾ ਗੰਨੇ ਦਾ ਰੇਟ ਹੀ ਸਾਡਾ 450-500 ਰੁਪਇਆ ਹੋਏਗਾ, ਕਿਹੜੀ ਸਬਸਿਡੀ ਦੀ ਲੋੜ ਹੈ? ਇਸ ਕਰਕੇ ਇਹ ਸਰਕਾਰ ਦੀਆਂ ਪਾਲਿਸੀਆਂ ਹੁੰਦੀਆਂ ਨੇ। ਮਹਿੰਗਾਈ ਨਾ ਹੋਵੇ, ਉਹ ਮਹਿੰਗਾਈ ਨਾ ਹੋਵੇ, ਲੋਕ ਪਰਜਾ 'ਚ ਇਹ ਨਾ ਕਹਿਣ, ਕਿਉਂਕਿ ਖਾਣ ਵਾਲੇ ਪਦਾਰਥ ਜਿਹੜਾ ਉਹ ਕਿਸਾਨ ਪੈਦਾ ਕਰਦਾ ਸਾਰੇ, ਤੇ ਕਿਸਾਨ ਜੇ ਖਾਣ ਵਾਲੇ ਪਦਾਰਥ ਮਹਿੰਗੇ ਹੋ ਗਏ ਤਾਂ ਕਹਿਣਗੇ ਬਹੁਤ ਸਰਕਾਰ ਦੀ ਹੇਠੀ ਹੋ ਜਾਊਗੀ, ਮਹਿੰਗਾਈ ਹੋ ਗਈ। ਉਹ ਮਹਿੰਗਾਈ ਦਾ ਭਾਰ ਘਟਾਉਣ ਲਈ ਕਿਸਾਨ ਤੇ ਭਾਰ ਪਾਇਆ ਹੋਇਆ ਸਾਰਾ, ਤੇ ਅਸੀਂ ਇਹ ਬਾਰ-ਬਾਰ ਬੇਨਤੀਆਂ ਕਰਦੇ ਹਾਂ ਕਿ ਇਹ ਜਿਹੜਾ ਕਿਸਾਨ ਤੋਂ ਭਾਰ ਤੁਸੀਂ ਪਾਇਆ ਇਹਨੂੰ ਲਾਓ। ਜੇ ਤੁਸੀਂ ਦੇਣਾ ਆ ਕਿਸਾਨਾਂ ਨੂੰ ਸਬਸਿਡੀ ਨਾ ਦਿਓ, ਮੋਰੇ ਕੰਜ਼ਿਊਮਰ ਨੂੰ ਦੇ ਦਿਓ, ਸਾਨੂੰ ਪੂਰਾ ਮੁੱਲ ਦਿਓ ਸਵਾਮੀਨਾਥਨ ਰਿਪੋਰਟ ਦੇ C2+50 ਦੇ ਨਾਲ ਸਾਨੂੰ ਜੋੜ ਕੇ। ਇਸ ਕਰਕੇ ਇਹ ਸਰਕਾਰਾਂ ਦੀ ਪਾਲਿਸੀ ਹੁੰਦੀ ਹੈ। ਠੀਕ ਹੈ, ਸੋ ਸਾਡੇ ਨਾਲ ਆਪਾਂ ਸੰਧੂ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੰਧੂ ਸਾਹਿਬ, ਹੁਣ ਚਲੋ ਹੁਣ ਤਾਂ ਜੋ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਨੋਟਿਸ ਜਿਹੜਾ ਹੈ ਉਹ ਨਹੀਂ ਪਹੁੰਚਿਆ, ਜਾਂ ਨੋਟਿਸ ਜਿਹੜਾ ਹੈ WhatsApp ਰਾਹੀਂ ਕਿਸੇ ਪ੍ਰਾਈਵੇਟ ਬੰਦੇ ਤੋਂ ਪਾਇਆ ਗਿਆ, ਹਾਲ ਤੱਕ ਨੋਟਿਸ ਸਾਨੂੰ ਰਿਸੀਵ ਨਹੀਂ ਹੋਇਆ। ਤੇ ਜਦੋਂ ਹੁਣ ਨੋਟਿਸ ਰਿਸੀਵ ਹੋਊਗਾ, ਕਿਤੇ ਨਾ ਕਿਤੇ ਚਲੋ ਕਾਰਵਾਈ ਦੇ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਕਿ ਕੀ ਹੋਇਆ। ਅਗਲੀ ਲੀਗੈਲਿਟੀਜ਼ ਕਿਸ ਤਰੀਕੇ ਦੇ ਨਾਲ ਦੇਖਿਆ ਜਾਣਗੀਆਂ, ਆਪਣੇ ਵਕੀਲ ਕੀ ਇਸ ਗੱਲ ਦੀ ਤਿਆਰੀਆਂ ਹੋ ਰਹੀਆਂ ਨੇ ਕਿ ਅਗਲੀ ਜੇ ਹੁਣ ਸੁਪਰੀਮ ਕੋਰਟ 'ਚ ਜਾਣਾ ਪੈਂਦਾ ਜਾਂ ਉੱਥੇ ਜਾ ਕੇ ਕਿਸਾਨਾਂ ਦੀ ਸੁਣਵਾਈ ਕੀਤੀ ਜਾਂਦੀ ਹੈ, ਤਾਂ ਕਿਸ ਤਰੀਕੇ ਨਾਲ ਸਭ ਚੀਜ਼ਾਂ ਸਾਹਮਣੇ ਆਉਣਗੀਆਂ? ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ, ਭਾਰਤ ਭਰ ਦੀਆਂ ਜਥੇਬੰਦੀਆਂ ਜਿਹੜੀਆਂ ਸਾਡੀਆਂ ਹੈਗੀਆਂ, ਉਹਨਾਂ ਦੀ ਮੀਟਿੰਗ ਕਰਾਂਗੇ, ਉਹ 'ਚ ਵਿਚਾਰ ਕਰਾਂਗੇ। ਪਰ ਅਸੀਂ ਇਹ ਚਾਹੁੰਦੇ ਹਾਂ, ਇਹ ਜਿਹੜਾ ਮਸਲਾ ਆ, ਇਹ ਮਸਲਾ ਕੋਰਟ ਦਾ ਨਹੀਂਗਾ, ਇਹ ਮਸਲਾ ਸਰਕਾਰ ਤੇ ਕਿਸਾਨਾਂ ਦਾ ਆਪਸੀ ਸਿੱਧਾ ਆ। ਕਾਨੂੰਨ ਸਰਕਾਰ ਨੇ ਪਾਸ ਕੀਤੇ ਆ, ਕੋਰਟ ਜਿਹੜੀ ਆ, ਕੋਰਟ ਕਿਸੇ ਕਾਨੂੰਨ ਨੂੰ ਇੰਪਲੀਮੈਂਟ ਕਰਨ ਲਈ ਹੁੰਦੀ ਹੈ। ਕੋਰਟ ਜ਼ਰੂਰੀ ਨਹੀਂ ਉਹ ਰੱਦ ਕਰੇ ਜਾਂ ਕੀ ਕਰੇ, ਕੋਰਟ ਕੋ ਅਥਾਰਟੀ ਨਹੀਂ, ਕੋਰਟ ਕੋ ਅਥਾਰਟੀ ਇਹ ਹੁੰਦੀ ਆ ਵੀ ਜੋ ਪਾਰਲੀਮੈਂਟ ਨੇ ਪਾਸ ਕਰਤਾ
ਉਹਨੂੰ ਫੋਲੋ ਕਰਨਾ। ਰੱਦ ਕਿਹੜੇ ਆਧਾਰ ਤੇ ਕਰਦੇ ਕਿ ਨਹੀਂ ਕਰਦੇ, ਉਹ ਅਸੀਂ ਕੋਰਟ ਬਾਰੇ ਕੋਈ ਕਮੈਂਟਰੀ ਨਹੀਂ ਕਰ ਸਕਦੇ। ਪਰ ਅਸੀਂ ਜਿਹੜਾ ਆ ਸਰਕਾਰ ਨਾਲ ਸਿੱਧੀ ਲੜਾਈ ਲੜ ਰਹੇ ਹਾਂ। ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਆ। ਸਰਕਾਰ ਜੇ ਬਹੁਤ ਹੀ ਫਿਕਰਮੰਦੀ ਆ, ਬਾਬਰੀ ਮਸਜਿਦ ਇੱਕ ਆਪਣੀ ਮਰਜ਼ੀ ਨਾਲ ਉਹਨੇ ਪਾਸ ਕਰਾਇਆ ਹੀ ਆ, ਕੋਰਟ ਵਿੱਚ ਜਾ ਕੇ ਵਾਪਸ ਲੈ ਲੈਣ। ਜੇ ਉਹਨੂੰ ਸ਼ਰਮ ਆਉਂਦੀ ਆ ਵੀ ਅਸੀਂ ਪਾਸ ਕਰ ਬੈਠੇ ਆ, ਉਹ ਥਰੂ ਕੋਰਟ ਪਾਸ ਕਰਾ ਸਕਦੇ ਆ। ਸਾਡੇ ਨਾਲ ਭੋਗ ਸਿੰਘ ਮਾਨਸਾ ਵੀ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ। ਮਾਨਸਾ ਸਾਹਿਬ, ਇਹਨਾਂ ਦੋਨਾਂ ਨੂੰ ਚਲੋ ਸੁਪਰੀਮ ਕੋਰਟ 'ਚ ਜੋ ਨੋਟਿਸ ਸਾਹਮਣੇ ਆਇਆ ਸੀਗਾ ਕਿ ਇਹਨਾਂ ਦੋਨਾਂ ਨੂੰ ਬੁਲਾਇਆ ਗਿਆ ਸੀਗਾ, ਠੀਕ ਹੈ ਜੀ, ਤੁਸੀਂ ਵੀ ਇੱਥੇ ਮੌਜੂਦ ਹੋ, ਤੁਸੀਂ ਕਿਸ ਤਰੀਕੇ ਦੇਖਦੇ ਹੋ ਜੋ ਸੁਪਰੀਮ ਕੋਰਟ ਵੱਲੋਂ ਜੋ ਫੈਸਲੇ ਸਾਹਮਣੇ ਆ ਰਹੇ ਨੇ ਜਾਂ ਜੋ ਸੁਪਰੀਮ ਕੋਰਟ 'ਚ ਇਸ ਵੇਲੇ ਗੱਲਾਂ ਸਾਹਮਣੇ ਆਈਆਂ ਨੇ, ਉਸ ਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ? ਦੇਖੋ, ਜਦੋਂ ਕੋਰਟਾਂ ਦੇ ਵਿੱਚ ਕੋਈ ਮਾਮਲਾ ਆ ਜਾਂਦਾ ਤਾਂ ਜਿਹੜਾ ਉਹ ਪਟੀਸ਼ਨ ਕਰਨ ਵਾਲਾ, ਰਿਟ ਪਟੀਸ਼ਨ ਜਿਹਨੇ ਕੀਤੀ ਹੋਈ ਹੈ, ਉਹਨੇ ਕੀ ਗਰਾਊਂਡ ਲੈਤਾ ਹੈ। ਜਿਹੜੇ ਸਾਨੂੰ ਨੋਟਿਸ ਆਏ ਨੇ ਜਾਂ ਸਾਨੂੰ ਮਤਲਬ ਸੱਦਿਆ ਗਿਆ, ਪਾਰਟੀ ਬਣਾਇਆ ਗਿਆ, ਅਸੀਂ ਉਸੇ ਗਰਾਊਂਡ ਤੇ ਗੱਲਬਾਤ ਕਰ ਸਕਦੇ ਹਾਂ, ਜਵਾਬ ਦੇਵਾਂਗੇ। ਕਿਉਂਕਿ ਇਹ ਆਮ ਹੁੰਦਾ ਹੈ ਪਟੀਸ਼ਨ ਦਾ ਜਵਾਬਦਾਰ ਜਵਾਬ ਉਸੇ ਤਰ੍ਹਾਂ ਕਲਾਸ ਵਾਈਜ਼ ਜਵਾਬ ਦਿੱਤਾ ਜਾਂਦਾ ਹੁੰਦਾ। ਹਾਂ, ਜੇ ਤਾਂ ਸਰਕਾਰ ਦੀ ਨੀਅਤ ਨੀਤੀ ਦਾ ਪਤਾ ਲੱਗੂਗਾ ਕਿਸ ਤਰ੍ਹਾਂ ਦਾ ਹੈਗਾ। ਸੋ ਇਸ ਕਰਕੇ ਜਿਹੜਾ ਸਰਕਾਰ ਹੈ ਉਹਨੂੰ ਸੋਚਣਾ ਬਣਦਾ ਹੈ ਕਿ ਸੁਪਰੀਮ ਕੋਰਟ ਦੇ ਰਾਹੀਂ ਜਾਂ ਹੋਰ ਢੰਗ ਨਾਲ ਨਕਦ ਕਰਨ ਦੀ ਬਜਾਏ ਆਪ ਸਿੱਧੇ ਰੂਪ 'ਚ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਕਿਸਾਨ ਅੰਦੋਲਨ ਨੂੰ ਖਤਮ ਕਰਾਉਣ ਦੇ ਲਈ ਸਿੱਧੇ ਰੂਪ 'ਚ ਜਿਹੜਾ ਹੈਗਾ ਇਹ ਤਿੰਨੇ ਜਿਹੜੇ ਕਾਨੂੰਨ ਹੈ ਰੱਦ ਕਰੇ ਔਰ ਬਹਾਨੇਬਾਜ਼ੀ ਨਾ ਕਰੇ। ਕਿਸਾਨਾਂ ਨੂੰ ਉਲਝਾਉਣ ਦਾ ਜਿਹੜਾ ਹੈਗਾ ਉਹ ਸਿਸਟਮ ਨਾ ਲਿਆਵੇ, ਕਿਉਂਕਿ ਜਿਹੜਾ ਕੋਰਟਾਂ ਦਾ ਮਾਮਲਾ ਤਾਂ ਅਸੀਂ ਦੇਖਦੇ ਹਾਂ ਕਿ ਸਾਲਾਂ ਬੱਧੀ ਜਿਹੜੇ ਹੈਗੇ ਫੈਸਲੇ ਉਹ ਨਹੀਂ ਹੁੰਦੇ। ਪਿੱਛੇ ਜੇ ਇੱਕ ਰਿਪੋਰਟ ਛਾਪੀ ਸੀ ਟ੍ਰਿਬਿਊਨ ਨੇ ਕਿ ਉਹਨਾਂ ਦੇ ਜਿਹੜੇ ਪੋਤਰੇ ਆ ਜਿਹੜੇ ਅੱਜ ਕੇਸ ਝਗੜ ਰਹੇ ਨੇ, ਜਿਨ੍ਹਾਂ ਦੇ ਦਾਦਿਆਂ ਨੇ ਕੇਸ ਕੀਤੇ ਹੋਏ ਸੀ, ਤਾਂ ਫਿਰ ਇੰਨਾ ਲੰਮਾ ਜਿਹੜਾ ਹੈ ਕੇਸਾਂ ਦਾ ਜਾਣਾ ਤਾਂ ਇਹ ਇਨਸਾਫ ਨਹੀਂ ਰਹਿੰਦਾ, ਜਸਟਿਸ ਨਹੀਂ ਰਹਿੰਦਾ, ਉਹ ਖਤਮ ਹੋ ਕੇ ਮਤਲਬ ਜਿਹੜਾ ਹੈਗਾ ਉਹਦੀ ਕੋਈ ਵੈਲਿਊਏਸ਼ਨ ਨਹੀਂ ਰਹਿੰਦੀ। ਕਿ ਅੱਜ ਜਿੱਦਾਂ ਸੁਪਰੀਮ ਕੋਰਟ 'ਚ ਬੁਲਾਇਆ ਗਿਆ ਸੀ, ਕਿਸਾਨੀ ਯੂਨੀਅਨਾਂ ਨੂੰ ਬੁਲਾਇਆ ਗਿਆ ਸੀ, ਸੰਧੂ ਸਾਹਿਬ ਵੀ ਉਹਦੇ 'ਚ ਲਿਸਟ 'ਚ ਮੌਜੂਦ ਨੇ, ਰਾਏ ਸਾਹਿਬ ਵੀ ਇਸ ਲਿਸਟ 'ਚ ਮੌਜੂਦ ਨੇ, ਕਿਤੇ ਨਾ ਕਿਤੇ ਇਸ ਚੀਜ਼ ਦਾ ਫਾਇਦਾ ਸਰਕਾਰ ਕੁਝ ਇਸ ਦੇ ਆਪੋਜ਼ਿਟ ਲੈ ਕੇ ਕੋਈ ਇਹਦੀ ਨੈਗੇਟਿਵਿਟੀ ਸ਼ੋਅ ਕਰਕੇ ਚੱਕ ਸਕਦੀ ਹੈ, ਕਿਉਂਕਿ ਇਹਨਾਂ ਦਾ ਵੀ ਇਹੀ ਗੱਲ ਕਹਿਣਾ ਕਿ ਨੋਟਿਸਿਸ ਇਹਨਾਂ ਨੂੰ ਹਾਲੇ ਤੱਕ ਰਿਸੀਵ ਹੀ ਨਹੀਂ ਹੋਏ ਤੇ ਕਿਸ ਤਰੀਕੇ ਨਾਲ ਜਾਣਗੇ, ਬਿਨ ਬੁਲਾਏ ਬਰਾਤੀ ਕਿੱਦਾਂ ਬਣ ਕੇ ਜਾਣਗੇ? ਦੇਖੋ, ਗੱਲ ਇਹ ਹੈ ਵੀ ਉਹ ਸਰਕਾਰ ਨੇ ਬੁਲਾਉਣਾ ਵੀ ਹੈ, ਨੋਟਿਸ ਵੀ ਭੇਜਣਾ, ਸਰਕਾਰ ਸਾਰਾ ਕੁਝ ਹੱਥ ਕੰਡੇ ਵਰਤੂਗੀ। ਜੋ ਅਸੀਂ ਸਮਝਦੇ ਹਾਂ ਇਹ ਉਹ ਗੱਲ ਹੋ ਗਈ ਹੈ ਕਿ ਕੋਈ ਰੁੱਸ ਗਿਆ ਸੀ ਤੇ ਮੁੜ ਕੇ ਬੱਕਰੀ ਦਾ ਕੰਨ ਫੜ ਕੇ ਘਰ ਆ ਗਿਆ ਸੀ, ਕਹਿੰਦਾ ਬੋਕ ਦੀ ਮਾਂ ਲਿਆ ਹੀ ਨਹੀਂ, ਮੈਂ ਆਉਣਾ ਨਹੀਂ ਸੀ। ਸਾਨੂੰ ਇਦਾਂ ਲੱਗਦਾ ਕਿ ਮੋਦੀ ਸਿੱਧੇ ਰੂਪ 'ਚ ਜਿਹੜਾ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕੋਰਟ ਰਾਹੀਂ ਰੱਦ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਹੈ, ਤਾਂ ਕਿ ਉਹ ਕਹਿੰਦਾ ਵੀ ਮੇਰਾ ਨੱਕ ਬਚ ਰਹੇ ਤੇ ਬਹਾਨਾ ਬਣਾਊਗਾ ਵੀ ਕੋਰਟ ਦਾ ਜਿਹੜਾ ਫੈਸਲਾ ਹੈਗਾ ਉਹ ਸਰਕਾਰ ਲਈ ਲਾਗੂ ਕਰਨਾ ਮਜਬੂਰੀ ਬਣ ਜਾਂਦਾ ਹੈ। ਤੋ ਇਸ ਕਿਸਮ ਦੀ ਵੀ ਨੀਤੀ ਵਰਤੀ ਜਾ ਸਕਦੀ ਹੈ, ਪਰ ਅੱਗੇ ਆਉਣ ਵਾਲਾ ਸਮਾਂ ਦੱਸੇਗਾ ਕਿ ਸੁਪਰੀਮ ਕੋਰਟ ਕੀ ਟ੍ਰੈਂਡ ਲੈਂਦੀ ਹੈ, ਕਿਸ ਤਰ੍ਹਾਂ ਦਾ ਉਹ ਫੈਸਲਾ ਦਿੰਦੀ ਹੈ ਔਰ ਕਿਸ ਤਰ੍ਹਾਂ ਦਾ ਮਤਲਬ ਜਿਹੜਾ ਹੈਗਾ ਉਹ ਕਿਸਾਨਾਂ ਦੇ ਪੱਖ 'ਚ ਭੁਗਤਦੀ ਹੈ, ਸਰਕਾਰ ਦੇ ਪੱਖ 'ਚ ਭੁਗਤਦੀ ਹੈ। ਪਰ ਜਿੱਥੋਂ ਤੱਕ ਸੁਪਰੀਮ ਕੋਰਟ ਦਾ ਜੇ ਆਪਾਂ ਕਹਿ ਲਈਏ ਤਾਂ ਪਿਛਲਾ ਜਿਹੜਾ ਇਤਿਹਾਸ ਦੱਸਦਾ ਸੁਪਰੀਮ ਕੋਰਟ ਦਾ ਕਿ ਜੋ ਕੇਂਦਰ ਸਰਕਾਰ ਨੇ ਇੰਡੀਕੇਸ਼ਨ ਦਿੱਤੀਆਂ ਉਹਦੇ ਮੁਤਾਬਕ ਉਹਨਾਂ ਨੇ ਫੈਸਲੇ ਦਿੱਤੇ। ਇਹ ਫੈਸਲਾ ਵੀ ਸਰਕਾਰ ਦੇ ਇੰਡੀਕੇਸ਼ਨ ਦੇ ਮੁਤਾਬਕ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਸਾਡੇ ਨਾਲ ਸੰਧੂ ਸਾਹਿਬ ਇੱਕ ਵਾਰੀ ਫੇਰ ਗੱਲ ਕਰਦੇ ਸੰਧੂ ਸਾਹਿਬ ਨਾਲ। ਸੰਧੂ ਸਾਹਿਬ, ਹੁਣ ਅੱਜ ਆਪਣੇ ਵੱਲੋਂ ਨਹੀਂ ਜਾਇਆ ਗਿਆ ਕੋਰਟ ਦੇ ਵਿੱਚ, ਕੀ ਲੱਗਦਾ ਕੋਈ ਨੈਗੇਟਿਵਿਟੀ ਸਰਕਾਰ ਇਸ ਦਾ ਫਾਇਦਾ ਚੁੱਕ ਸਕਦੀ ਹੈ, ਇਸ ਨੈਗੇਟਿਵ ਪੁਆਇੰਟ ਨੂੰ, ਇਸ ਕਹਦੇ ਕਿ ਹਾਂਜੀ ਅਸੀਂ ਤਾਂ ਬੁਲਾਇਆ ਸੀਗਾ? ਮੈਂ ਤੁਹਾਨੂੰ ਪਹਿਲਾਂ ਦੱਸਿਆ ਸਾਹਿਲ ਜੀ, ਸਾਨੂੰ ਪਾਰਟੀ ਸੁਪਰੀਮ ਕੋਰਟ ਨੇ ਥੋੜੀ ਬਣਾਇਆ। ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ, ਸਰਕਾਰ ਨੇ ਸਾਨੂੰ 8 ਨੂੰ ਪਾਰਟੀ ਬਣਾ ਲਿਆ। 8 ਨੂੰ ਕਿਉਂ ਬਣਾਉਂਦੇ? ਅਸੀਂ ਤਾਂ 500 ਆ, ਬਿਲਕੁਲ ਸਾਰਿਆਂ ਨੂੰ ਕਿਉਂ ਨਹੀਂ ਬਣਾਉਣਾ ਚਾਹੁੰਦੇ? ਉਹ ਇਹਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਆ, ਦੋਹਰੀ ਚਾਲ ਚੱਲਦੇ ਆ। ਮਤਲਬ ਉਹ ਆਪਸੀ ਫੁੱਟ ਪਵਾਉਣ ਦੀ ਕੋਸ਼ਿਸ਼ ਕਰਦੇ ਜਿਹੜੀ ਕਿਸਾਨੀ ਯੂਨੀਅਨਾਂ ਨੇ ਉਹਨਾਂ ਦੇ ਵਿੱਚ। ਹੁਣ ਮਨਜੀਤ ਦਾ ਵੀ ਨਾਂ ਆ, ਮੇਰਾ ਵੀ ਨਾਂ ਆ, ਹੋਰ 6 ਜਥੇਬੰਦੀਆਂ ਆ ਜੀ। ਅਸੀਂ ਐਕਸੈਪਟ ਕਰ ਲਾਂਗੇ ਗੱਲ ਇਹ, ਅਸੀਂ ਮੀਟਿੰਗ ਕਰਾਂਗੇ, ਪਾਸ ਕਰਾਂਗੇ ਵੀ ਬਾਕੀ ਸਾਰਿਆਂ ਨੂੰ ਬੁਲਾਓ, ਸਾਰਿਆਂ ਨੂੰ ਪਾਰਟੀ ਬਣਾਓ, ਅਸੀਂ ਦੇਵਾਂਗੇ। ਨਾਂ ਕਿਹਦਾ ਦੇਣਾ? ਸਰਕਾਰ ਕੌਣ ਹੁੰਦੀ ਹੈ ਸਾਡੇ ਚੋਂ ਨਾਂ ਦੇਣ ਵਾਲੀ? ਅਸੀਂ ਗੱਲ ਕਿਸਾਨੀ ਯੂਨੀਅਨ ਦਾ ਫੈਸਲਾ ਹੋਊਗਾ ਕਿ ਕੌਣ ਕਿਹਨੂੰ ਉੱਥੇ ਭੇਜਣਾ। ਆਇਆ ਸੀ ਕੋਰਟ, ਜਾਣਾ ਕਿ ਨਹੀਂ ਜਾਣਾ ਉਹ ਵੀ ਅਸੀਂ ਫੈਸਲਾ ਕਰਨਾ। ਬਿਲਕੁਲ ਸਰਕਾਰ ਤੇ ਪ੍ਰੈਸ਼ਰ ਬਣਿਆ ਆ, ਕੋਰਟ ਵਿੱਚ ਸਰਕਾਰ ਜਾਵੇ, ਕੋਰਟ ਵਿੱਚ ਜਾ ਕੇ ਕਹਿ ਦੇਵੇ ਵੀ ਅਸੀਂ ਗਲਤ ਕਰ ਬੈਠੇ ਹਾਂ, ਕਹਿ ਦੇਵੇ ਸਰਕਾਰ ਸਾਤੋਂ ਹੀ ਕਰਾਉਣਾ ਉਹਨੇ ਨੇ, ਜਾਂ ਉਹ ਸਿੱਧੇ ਪੈਸੇ ਰੱਦ ਕਰ ਦੇਣ। ਕਿਉਂਕਿ ਇਹ ਗੱਲ ਸ਼ਾਇਦ ਜਦੋਂ ਤੁਹਾਡੀ ਅਮਿਤ ਸ਼ਾਹ ਨਾਲ ਮੀਟਿੰਗ ਹੋਈ ਸੀਗੀ ਉਦੋਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਸ਼ਾਇਦ ਉਹਨਾਂ ਨੇ ਆਪ ਮੰਨਿਆ ਕਿ ਕਾਨੂੰਨ ਉਹਨਾਂ ਕੋਲ ਗਲਤੀ ਨਾਲ ਲਾਗੂ ਹੋਏ ਨੇ, ਕੁਝ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਸੀ। ਸਾਰੇ ਮੰਨ ਚੁੱਕਿਆ ਵੀ ਸਾਤੋਂ ਗਲਤੀ ਹੋ ਗਈ। ਹੁਣ ਤੋਂ ਹੀ ਅੱਜ ਦੀਆਂ ਅਖਬਾਰਾਂ ਪੜ੍ਹੀਆਂ ਹੋਣੀਆਂ ਵੀ ਸਾਡੀ ਪਿੱਠ 'ਤੇ ਛੁਰਾ ਮਾਰਿਆ ਅਕਾਲੀ ਦਲ ਨੇ, ਉਹ ਲੋਕਾਂ ਨੂੰ ਸਮਝਾਇਆ ਨਹੀਂ, ਉਹਨੇ ਲੋਕਾਂ ਨੂੰ ਸਮਝਾਇਆ ਨਹੀਂ। ਲੋਕਾਂ ਨੂੰ ਸਮਝਾਉਣਾ ਅਕਾਲੀ ਦਲ ਦਾ ਫਰਜ਼ ਆ। ਤੁਸੀਂ ਲੋਕਾਂ ਨਾਲ ਗੱਲ ਕਿਉਂ ਨਹੀਂ ਕੀਤੀ? ਤੁਸੀਂ ਇਨਫੈਕਟ ਇਹ ਜਿਹੜਾ ਆ, ਇਹ ਲੰਬੀ ਕਹਾਣੀ ਮੈਂ ਤਾਂ ਨਹੀਂ ਸ਼ੁਰੂ ਕਰਦਾ ਸੀਗਾ ਵੀ ਆਮ ਕਿਸਾਨਾਂ ਨੂੰ ਨਹੀਂ ਪਤਾ ਹੁੰਦਾ
ਇਹ WTO ਤੇ ਗੈਟ ਮਨਮੋਹਨ ਸਾਹਿਬ ਵੇਲੇ ਦੇ ਬਣੇ ਆ। ਬਿਲਕੁਲ ਉਹਨਾਂ ਦੀ ਕੰਡੀਸ਼ਨ ਜੀ 2007 ਤੱਕ ਗਵਰਨਮੈਂਟ ਜਿਹੜੀ ਮਾਰਕੀਟ ਚੋਂ ਬਾਹਰ ਆਵੇ, ਮਾਰਕੀਟ ਦੇ ਵਿੱਚ ਗਵਰਨਮੈਂਟ ਦੀ ਕੋਈ ਹਿੱਸਾ ਨਹੀਂ ਹੋਣਾ ਚਾਹੀਦਾ। ਉਦੋਂ ਬਾਅਦ 13 ਦਾ ਕਰਤਾ, ਉਦੋਂ ਬਾਅਦ 17 ਦਾ ਕਰਤਾ। ਹੁਣ ਡੈਡਲਾਈਨ ਆਈ ਹੈ ਤਾਂ ਫਸੇ ਬੈਠੇ ਆ ਵੀ ਲੋਨ ਕਿੱਥੋਂ ਲੈਣਾ ਤੇ ਕਰਜ਼ਾ ਕਿੱਥੋਂ ਲੈਣਾ। ਬਿਲਕੁਲ ਪ੍ਰੈਸ਼ਰ ਅਮਰੀਕਾ ਦਾ ਆ, ਨਪੀੜੇ ਅਸੀਂ ਜਾ ਰਹੇ ਹਾਂ। ਸੋ ਇਹ ਸਨ ਸਾਡੇ ਨਾਲ ਕੁਲਵੰਤ ਸਿੰਘ ਸੰਧੂ, ਮਨਜੀਤ ਰਾਏ ਤੇ ਭੋਗ ਸਿੰਘ ਮਾਨਸਾ, ਜਿਨ੍ਹਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਅੱਜ ਸੁਪਰੀਮ ਕੋਰਟ ਵੱਲੋਂ, ਹਾਲਾਂਕਿ ਸੈਂਟਰ ਸਰਕਾਰ ਵੱਲੋਂ ਦਾ ਕਹਿਣਾ ਕਿ ਸੈਂਟਰ ਸਰਕਾਰ ਨੇ ਸੁਪਰੀਮ ਕੋਰਟ 'ਚ ਇਹਨਾਂ ਨੂੰ ਪਾਰਟੀ ਬਣਵਾਇਆ, ਜਿਸ ਤੋਂ ਬਾਅਦ ਹਾਲਾਂਕਿ ਇਹਨਾਂ ਨੂੰ ਨੋਟਿਸ ਜਿਹੜਾ ਉਹ ਰਿਸੀਵ ਨਹੀਂ ਹੋਇਆ, ਜਿਸ ਕਰਕੇ ਅੱਜ ਕਿਸਾਨ ਇੱਥੇ ਬੈਠੇ ਹੋਏ ਨੇ, ਇਹ ਆਗੂ ਇੱਥੇ ਬੈਠੇ ਹੋਏ ਨੇ ਤੇ ਸੁਪਰੀਮ ਕੋਰਟ 'ਚ ਪੇਸ਼ ਨਹੀਂ ਹੋਏ। ਕੈਮਰਾ ਪਰਸਨ ਜਤਿਨ ਦੇ ਨਾਲ ਮੈਂ ਸਾਹਿਲ ਨਰੂਲਾ, ਦੈਨਿਕ ਸਵੇਰਾ ਟੀਵੀ, ਸਿੰਘੂ ਬਾਰਡਰ। All World Open Challenge 17-time gold medalist Mia Rafiq Mohammed, Pandit Maulvi, Begum, Tantrik, इन्ना चोरा ठग्गा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री मिया रफीक मोहम्मद। मोबाइल 84 374 94 647 84 374 94 648।